ਅੱਜ ਮੈਂ ਆਪਣੇ ਹਲਕਾ ਯਾਨੀ ਪੀਪੀ 125 ਦੇ ਜਿਹੜੇ ਮੇਰੇ ਭਰਾ ਨੇ, ਜਿਹੜੇ ਮੇਰੇ ਬਜ਼ੁਰਗ ਨੇ, ਜਿਹੜੇ ਮੇਰੇ ਬੱਚੇ ਨੇ, ਉਹਨਾਂ ਦੇ ਨਾਲ ਸਿਰਫ ਮੈਂ ਦੋ ਗੱਲਾਂ ਕਰਨਾ ਚਾਹਨਾ। ਔਰ ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲ ਇਤਨਾ ਟਾਈਮ ਜ਼ਰੂਰ ਹੋਏਗਾ ਕਿ ਇਹਨਾਂ ਗੱਲਾਂ ਨੂੰ ਸੁਣ ਵੀ ਲਓ ਤੇ ਥੋੜ੍ਹਾ ਜਿਹਾ ਇਸ 'ਤੇ ਗੌਰ ਵੀ ਕਰ ਲਵੇ। ਅਜੇ ਫੈਸਲਾ ਤੁਹਾਡਾ ਆਪਣਾ ਹੈ। ਅੱਜ ਤੋਂ 2 ਦਿਨ ਪਹਿਲੇ ਯਾਨੀ 10 ਤਾਰੀਖ ਨੂੰ ਮਖਦੂਮ ਸੈयद ਫੈਸਲ ਸਾਲੇ ਹਯਾਤ ਨੇ ਮੌੜ ਮੰਡੀ ਜਿਹੜਾ ਸੀ ਰੈਸਕਿਊ 1122 ਦਾ ਇਫਤਤਾਹ ਕੀਤਾ। ਉੱਥੇ ਇਫਤਤਾਹ ਜਿਸ ਵਕਤ ਹੋ ਗਿਆ ਤੇ ਉਹਦੀ ਮੈਂ ਆਪਣੀ ਵੀਡੀਓ ਜਿਹੜੀ ਸੀ ਉਹ ਅਪਲੋਡ ਕੀਤੀ। ਵੀਡੀਓ ਜਿਸ ਵਕਤ ਅਪਲੋਡ ਹੋਈ ਤੇ ਬਹੁਤ ਸਾਰੇ ਜਿਹੜੇ ਲੋਕ ਸਨ ਉਹਨਾਂ ਨੇ ਥੱਲੇ ਕਮੈਂਟਸ ਕੀਤੇ ਨੇ, ਉਹ ਤੁਸੀਂ ਦੇਖ ਵੀ ਰਹੇ ਹੋਗੇ ਆਪਣੀ ਸਕਰੀਨਾਂ ਤੇ। ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ। ਉਹਨਾਂ ਨੇ ਬੜੇ ਕਮੈਂਟ ਕੀਤੇ ਕਿ ਜੀ ਇਹ ਜਿਹੜਾ ਪ੍ਰੋਜੈਕਟ ਹੈ ਸੀ ਇਹ ਰਾਏ ਤੈਮੂਰ ਹਯਾਤ ਭੱਟੀ ਸਾਹਿਬ ਦਾ ਪ੍ਰੋਜੈਕਟ ਹੈ ਸੀ ਤੇ ਮਖਦੂਮ ਸਾਹਿਬ ਨੂੰ ਉਸ ਤੇ ਆਪਣੀ ਤਖਤੀ ਲਵਾ ਕੇ ਉਹਦਾ ਫੀਤਾ ਨਹੀਂ ਕੱਟਣਾ ਚਾਹੀਦਾ ਸੀ। ਇਹ ਉਹਨਾਂ ਦਾ ਬੇਸਿਕ ਇਹ ਚੀਜ਼ ਹੈ ਸੀ। ਬਾਕੀ ਤਾਂ ਬਹੁਤ ਸਾਰੀ ਹੋਰ ਚੀਜ਼ਾਂ ਜਿਹੜੀ ਹੈ ਸਾਡੀ ਫੇਸਬੁੱਕ ਤੇ ਵਾਹਿਆਤੀਆਂ ਹੁੰਦੀਆਂ ਰਹਿੰਦੀਆਂ ਨੇ। ਮੈਂ ਉਹਦੇ ਬਾਰੇ ਸਿਰਫ ਦੋ ਗੱਲਾਂ ਕਰਨਾ ਚਾਹਾਂਗਾ ਔਰ ਉਸ ਦੇ ਨਾਲ ਇਸ ਗੱਲਾਂ ਦੇ ਨਾਲ ਕਰਨ ਦੇ ਨਾਲ ਜਿਹੜੇ ਸਾਡੇ ਬੱਚੇ ਨੇ, ਜਿਹੜੇ ਸਾਡੇ ਨੌਜਵਾਨ ਵੋਟਰਸ ਨੇ, ਉਹਨਾਂ ਨੂੰ ਇੱਕ ਇਸ ਦੇ ਵਿੱਚ ਥੋੜੀ ਜੀ ਇਨਫੋਰਮੇਸ਼ਨ ਵੀ ਮਿਲੇਗੀ। ਇਨਫੋਰਮੇਸ਼ਨ ਉਹ ਇਹ ਹੈ ਕਿ ਜਿਸ ਵਕਤ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਪਾਕਿਸਤਾਨ ਦੇ ਵਜ਼ੀਰ ਆਜ਼ਮ ਸਨ ਤੇ ਉਹਨਾਂ ਨੂੰ ਇੱਕ ਆਈਡੀਆ, ਇੱਕ ਖਿਆਲ ਆਇਆ ਕਿ ਐਟਮ ਬੰਬ ਹੋਣਾ ਜ਼ਰੂਰੀ ਹੈ ਕਿਉਂਕਿ ਇੰਡੀਆ ਨੇ 74, 75, 76 ਦੇ ਵਿੱਚ ਇਹ ਟੈਕਨੋਲੋਜੀ ਜਿਹੜੀ ਹੈ ਐਟਮ ਬੰਬ ਦੀ ਹਾਸਿਲ ਕਰ ਲਈ ਸੀ। ਅਗਰ ਸਾਡੇ ਕੋਲ ਨਾ ਹੋਇਆ ਤੇ ਸਾਡਾ ਇਹ ਗਵਾਡੀ ਸਾਨੂੰ ਖਾ ਜਾਏਗਾ। ਇਸ ਮਕਸਦ ਵਾਸਤੇ ਉਹਨਾਂ ਨੇ ਡਾਕਟਰ ਅਬਦੁਲ ਕਦੀਰ ਨਾਲ ਰਾਬਤਾ ਕੀਤਾ, ਜਿਹੜਾ ਉਸ ਵਕਤ ਹਾਲੈਂਡ ਦੇ ਵਿੱਚ ਕਿਸੇ ਐਟਮੀ ਪ੍ਰੋਗਰਾਮ ਦੀ ਕੋਈ ਕੰਪਨੀ ਦੇ ਵਿੱਚ ਕੰਮ ਕਰਦੇ ਸਨ। ਅਬਦੁਲ ਕਦੀਰ ਖਾਨ ਸਾਹਿਬ ਆ ਗਏ, ਪਾਕਿਸਤਾਨ ਆ ਗਏ, ਉੱਥੋਂ ਕੁਝ ਨਕਸ਼ੇ ਵੀ ਆਪਣੇ ਨਾਲ ਉਹ ਲੈ ਕੇ ਆਏ। ਭੁੱਟੋ ਸਾਹਿਬ ਨੇ ਉਸ ਦੀ ਬੁਨਿਆਦ ਰੱਖ ਦਿੱਤੀ। ਮਤਲਬ ਇੰਜ ਸਮਝੋ ਬਈ ਸੰਗੇ ਬੁਨਿਆਦ ਹੋ ਗਈ ਐਟਮ ਬੰਬ ਦੀ। ਕੰਮ ਉਸ 'ਤੇ ਜਾਰੀ ਹੋਇਆ ਤੇ ਪਿੱਛੇ ਜਿਹੜਾ ਸੀ ਡਾਕਟਰ ਅਬਦੁਲ ਕਦੀਰ ਖਾਨ ਤੇ ਹਾਲੈਂਡ ਦੇ ਵਿੱਚ ਚੋਰੀ ਦਾ ਪਰਚਾ ਹੋ ਗਿਆ। ਉੱਥੇ ਉਹਨਾਂ ਦਾ ਸਮਨ ਆ ਗਿਆ ਤੇ ਪਾਕਿਸਤਾਨ ਤੋਂ ਬੜੇ ਨਾਮਵਰ ਵਕੀਲ, ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਫਰਮਾਏ, SM ਜ਼ਫਰ ਸਾਹਿਬ, ਉਹਨਾਂ ਦਾ ਕੇਸ ਲੜਨ ਵਾਸਤੇ ਉੱਥੇ ਗਏ ਤੇ ਉਹਨਾਂ ਨੇ ਇੱਕ ਦਲੀਲ ਉੱਥੇ ਦਿੱਤੀ ਔਰ ਕੇਸ ਜਿੱਤ ਕੇ ਤੇ ਬਰੀ ਕਰਾ ਕੇ ਆਏ। ਉਹ ਦਲੀਲ ਬੜੀ ਜ਼ਬਰਦਸਤ ਹੈ। ਉਹਨਾਂ ਦੀ ਕਿਤਾਬ ਹੈ। ਜਿਸ ਵਕਤ ਮੈਂ ਇਹ ਗੱਲ ਪੜ੍ਹੀ ਔਰ ਉਹਨਾਂ ਦਾ ਇਹ ਆਰਗੂਮੈਂਟ, ਉਹਨਾਂ ਦੀ ਇਹ ਦਲੀਲ ਪੜ੍ਹੀ ਤੇ ਮੈਨੂੰ ਵੀ ਪਤਾ ਇਹ ਚੱਲਿਆ ਕਿ ਇਸ ਤੋਂ ਪਹਿਲੇ ਮੈਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀ। ਉਹਨਾਂ ਨੇ ਦਲੀਲ ਇਹ ਦਿੱਤੀ ਜਾ ਕੇ ਉੱਥੇ, ਉਹਨਾਂ ਨੇ ਕਿਹਾ ਕਿ ਜੱਜ ਸਾਹਿਬ ਇਹ ਜਿਹੜਾ ਇਲਮ ਹੈ, ਇਹ ਜਿਹੜੀ ਆਗਾਹੀ ਹੈ, ਇਲਮ ਹੈ ਜਾਂ ਕੰਮ ਹੈ, ਦੋ ਚੀਜ਼ਾਂ, ਇਲਮ ਤੇ ਕੰਮ, ਇਹ ਕਿਸੇ ਦੀ ਮਿਰਾਸ ਨਹੀਂ ਹੁੰਦੇ, ਇਹ ਕਿਸੇ ਦੀ ਮਲਕੀਅਤ ਨਹੀਂ ਹੁੰਦੇ, ਇਹ ਕਿਸੇ ਨੇ ਆਪਣੇ ਨਾਂ ਇਹਦੇ ਉੱਤੇ ਹਕੂਕ ਹਾਸਿਲ ਨਹੀਂ ਕੀਤੇ ਹੁੰਦੇ। ਕੋਈ ਵੀ ਦੁਨੀਆ ਦਾ ਬੰਦਾ ਇਲਮ ਹਾਸਿਲ ਕਰ ਸਕਦਾ ਹੈ, ਕੋਈ ਵੀ ਦੁਨੀਆ ਦਾ ਬੰਦਾ ਕੋਈ ਵੀ ਛੋਟਾ ਬੜਾ ਕੰਮ ਕਰ ਸਕਦਾ ਹੈ। ਉਹ ਕਿਸੇ ਦਾ ਮਤਲਬ ਮਲਕੀਅਤ ਨਹੀਂ ਕਰਨੀ, ਸਿਰਫ ਉਹ ਕਰ ਸਕਦਾ ਹੈ। ਉਹਨਾਂ ਨੇ ਜੱਜ ਨੂੰ ਕਿਹਾ ਕਿ ਜੱਜ ਸਾਹਿਬ ਅਗਰ ਇਲਮ ਕਿਸੇ ਦੀ ਮਿਰਾਸ ਹੁੰਦਾ, ਕਿਸੇ ਦੀ ਮਲਕੀਅਤ ਹੁੰਦਾ ਤੇ ਫਿਰ ਜਿਹੜੀ ਇਹ ABC ਹੈ ਜਾਂ ਇੰਗਲਿਸ਼ ਹੈ ਸਿਰਫ ਇੰਗਲਿਸ਼ਤਾਨ ਦੇ ਵਿੱਚ ਹੀ ਬੋਲੀ ਜਾਂਦੀ, ਉੱਥੇ ਹੀ ਸਮਝੀ ਜਾਂਦੀ, ਇਹ ਪੂਰੀ ਦੁਨੀਆ 'ਚ ਨਾ ਹੁੰਦੀ। ਲਿਹਾਜ਼ਾ ਇਲਮ ਜਿਹੜਾ ਹੈ ਉਹ ਚੂँਕਿ ਆਪਣੇ ਆਪ ਨੂੰ ਫੈਲਾਉਂਦਾ ਹੈ, ਉਹਨਾਂ ਨੇ ਇਲਮ ਹਾਸਿਲ ਕਰ ਲਿਆ। ਇਲਮ ਦੇ ਜ਼ਰੀਏ ਜਿਹੜਾ ਉਹਨਾਂ ਨੇ ਇੱਕ ਜਿਹੜਾ ਐਟੋਮਿਕ ਦੀ ਟੈਕਨੋਲੋਜੀ ਦੀ ਜਿਹੜੀ ਹੈ ਸਿੱਖ ਲਿਆ, ਕੰਮ ਸਿੱਖ ਲਿਆ ਤੇ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਔਰ ਇਸੇ ਦਲੀਲ ਤੇ ਜੱਜ ਸਾਹਿਬ ਨੇ ਡਾਕਟਰ ਅਬਦੁਲ ਕਦੀਰ ਖਾਨ ਨੂੰ, ਸਾਡੇ ਜਿਹੜੇ ਐਟਮੀ ਸਾਇੰਸਦਾਨ ਸਨ, ਉਹਨਾਂ ਨੂੰ ਉਸ ਕੇਸ ਤੋਂ ਬਰੀ ਕਰ ਦਿੱਤਾ। ਬਰੀ ਜਿਸ ਵਕਤ ਹੋ ਗਏ, ਕੰਮ ਸ਼ੁਰੂ ਹੋ ਗਿਆ। ਕੰਮ ਸ਼ੁਰੂ ਜਿਸ ਵਕਤ ਹੋਇਆ, ਹਾਲੇ ਤੱਕ ਕੰਮ ਆਪਣੇ ਇਬਤਦਾਈ ਮਰਾਹਿਲ ਦੇ ਵਿੱਚ ਹੀ ਆਇਆ ਸੀ। ਕੁਝ ਫੰਡਸ ਵਗੈਰਾ ਇਕੱਠੇ ਹੋ ਰਹੇ ਸਨ, ਕੁਝ ਬਿਲਡਿੰਗ ਵਗੈਰਾ ਥੱਲੇ ਅੰਡਰਗਰਾਊਂਡਸ ਬਣ ਰਹੀਆਂ ਸਨ, ਕਿਉਂਕਿ ਛੋਟਾ ਜਿਹਾ ਕੰਮ ਨਹੀਂ ਹੁੰਦਾ। ਯੂਰੇਨੀਅਮ ਦੀ ਜਿਹੜੀ ਅਫਜ਼ੂਦਗੀ ਹੈ ਇਹ ਕੋਈ ਆਮ ਕੰਮ ਨਹੀਂ, ਬਹੁਤ ਬੜਾ ਕੰਮ ਹੁੰਦਾ ਹੈ। ਇਹਦੇ ਵਾਸਤੇ ਬੜੇ ਰਿਐਕਟਰ ਚਾਹੀਦੇ ਨੇ। ਉਸੇ ਦੌਰਾਨ ਜਿਹੜਾ ਉਹ ਸੀ ਜਰਨਲ ਜ਼ਿਆਉਲ ਹਕ, ਇੱਕ ਬਾਵਰਦੀ ਕਸਾਈ, ਉਸ ਨੇ ਜ਼ੁਲਫਕਾਰ ਅਲੀ ਭੁੱਟੋ ਨੂੰ ਇੱਕ ਝੂਠੇ ਮੁਕਦਮੇ ਦੇ ਵਿੱਚ ਸਜ਼ਾਏ ਮੌਤ ਦਿਲਵਾ ਦਿੱਤੀ। ਸਜ਼ਾਏ ਮੌਤ ਦਿਲਵਾ ਵੀ ਦਿੱਤੀ ਔਰ ਉਸ 'ਤੇ ਫਿਰ ਅਮਲ ਦਰਾਮਦ ਵੀ ਕਰਵਾ ਦਿੱਤਾ। ਲੇਕਿਨ ਉਹਦੇ ਨਾਲ ਜਿਹੜਾ ਉਹ ਐਟਮੀ ਪ੍ਰੋਗਰਾਮ ਸੀ ਭੁੱਟੋ ਸਾਹਿਬ ਦਾ, ਉਹ ਚੱਲਦਾ ਰਿਹਾ। ਜ਼ੁਲਫਕਾਰ ਅਲੀ ਭੁੱਟੋ ਦਾ ਪ੍ਰੋਗਰਾਮ ਜ਼ਿਆ ਨੇ ਨਹੀਂ ਰੋਕਿਆ, ਹਾਲਾਂਕਿ ਉਹਨੂੰ ਆਪਣਾ ਜਾਨੀ ਦੁਸ਼ਮਣ ਸਮਝਦਾ ਸੀ। ਉਹ ਕਹਿੰਦਾ ਸੀ ਕਿ ਜਾਂ ਭੁੱਟੋ ਰਹੇਗਾ, ਕਬਰ ਇੱਕ ਕੇ ਬੰਦੇ ਦੋ ਨੇ, ਇੱਕ ਹੀ ਜਾਣਾ, ਜਾਂ ਭੁੱਟੋ ਜਾਏਗਾ ਜਾਂ ਮੈਂ ਜਾਏਗਾ। ਉਹਨੇ ਭੁੱਟੋ ਨੂੰ ਭੇਜ ਦਿੱਤਾ ਕਿਉਂਕਿ ਉਹ ਤਾਕਤਵਰ ਸੀ, ਜਰਨੈਲ ਸੀ ਉਸ ਵਕਤ। ਉਹ 10 ਸਾਲ ਤੋਂ ਜ਼ਿਆਦਾ ਇਸ ਮੁਲਕ ਦੇ ਵਿੱਚ ਬਿਲਾ ਸ਼ਿਰਕਤ ਗੈਰ ਸਿਆਹ ਸਫੈਦ ਦਾ ਮਾਲਿਕ ਰਿਹਾ।
ਉਹਨੇ ਆਪਣੀ ਮਰਜ਼ੀ ਚਲਾਈ, ਉਸਨੇ ਬੜੇ ਬੜੇ ਜ਼ੁਲਮ ਵੀ ਕੀਤੇ, ਲੇਕਿਨ ਉਹ ਜਿਹੜਾ ਐਟਮੀ ਪ੍ਰੋਗਰਾਮ ਹਾਈ ਉਹ ਉਸੇ ਤਰਤੀਬ ਦੇ ਨਾਲ ਚੱਲਦਾ ਰਿਹਾ। ਉਸੇ ਤਰ੍ਹਾਂ ਉਸਨੇ ਫੰਡਸ ਜਿਹੜੇ ਨੇ ਜਨਰੇਟ ਕੀਤੇ, ਜੋ ਜੋ ਚੀਜ਼ਾਂ ਮੰਗੀ ਜਾਂਦੀ ਰਹੀਆਂ ਉਹ ਦਿੰਦਾ ਰਿਹਾ, ਬੈਨ ਅਲ-ਅਕਵਾਮੀ ਪ੍ਰੈਸ਼ਰ ਵੀ ਬਰਦਾਸ਼ਤ ਕਰਦਾ ਰਿਹਾ, ਕੰਮ ਚੱਲਦਾ ਰਿਹਾ। ਕਿੱਸਾ ਮੁਖਤਸਰ ਇਹ ਹੋਇਆ ਕਿ ਐਟਮ ਬੰਬ ਬਣ ਗਿਆ। ਅੱਛਾ, ਹੁਣ ਬੁਨਿਆਦ ਰੱਖੀ ਜ਼ੁਲਫਿਕਾਰ ਅਲੀ ਭੁੱਟੋ ਨੇ, ਪਾਇਆ ਤਕਮੀਲ ਤੱਕ ਪਹੁੰਚਾ ਰਿਹਾ, ਜਿਸ ਦੇ ਵਿੱਚ ਉਹਦਾ ਰੋਲ ਹੈ ਜ਼ਿਆਉਲ ਹਕ। ਲੇਕਿਨ ਹੁਣ ਇੱਕ ਤੀਸਰਾ ਮਰਹਲਾ ਵੀ ਆ ਗਿਆ। ਤੀਸਰਾ ਮਰਹਲਾ ਸੀ 28 ਮਈ ਵਾਲਾ, ਉਹ ਨਵਾਜ਼ ਸ਼ਰੀਫ ਆ ਗਿਆ। ਅਗਰ ਨਵਾਜ਼ ਸ਼ਰੀਫ ਉਸ ਬੰਬ ਨੂੰ ਚਲਾ ਕੇ ਦੁਨੀਆ ਨੂੰ ਇਹ ਨਾ ਵਿਖਾਉਂਦਾ ਕਿ ਸਾਡੇ ਕੋਲ ਕਿਤਨੀ ਕੈਪੈਸਿਟੀ ਦਾ ਐਟਮ ਬੰਬ ਹੈ, ਤੇ ਸ਼ਾਇਦ ਅਸੀਂ ਕਲਾਸ਼ਨ ਘਰ 'ਚ ਹੀ ਰੱਖ ਕੇ ਬੈਠਾ ਰਹਿਣਾ ਸੀ, ਗਵਾੜੀਆਂ ਨੂੰ ਵੀ ਨਹੀਂ ਪਤਾ ਹੋਣਾ ਸੀ ਕਿ ਇਹਨਾਂ ਦੇ ਕੋਲ ਕਲਾਸ਼ਨ ਹੈ ਵੀ ਜਾਂ ਨਹੀਂ। ਉਹ ਐਸੇ ਬੋਲੇ ਚਾਹ ਕੇ ਸਾਥ ਹਮਲਾ ਕਰ ਦਿੰਦੇ ਤੇ ਮੁੜ ਸਾਨੂੰ ਉਹ ਚਲਾਣੀ ਪੈਣੇ ਸੀ, ਉਹ ਮਰ ਜਾਂਦੇ ਜਾਂ ਅਸੀਂ ਦੋਵੇਂ ਅਸੀਂ ਤਬਾਹ ਹੋ ਜਾਣਾ ਸੀ। ਐਟਮ ਬੰਬ ਤਾਂ ਇਹੀ ਚੀਜ਼ ਹੁੰਦੀ ਹੈ ਨਾ ਕਿ ਦੋਵੇਂ ਗਏ। ਉਹਨੇ ਇਹਦਾ ਧਮਾਕਾ ਕਰ ਦਿੱਤਾ, ਧਮਾਕਾ ਤਾਂ ਕਰ ਦਿੱਤਾ, ਲੇਕਿਨ ਉਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਐਟਮ ਬੰਬ ਅਸੀਂ ਬਣਾ ਲਿਆ ਸੀ, ਲੇਕਿਨ ਉਸ ਨੂੰ ਲੈ ਜਾਣ ਵਾਲਾ ਜਿਹੜਾ ਮਿਜ਼ਾਈਲ ਹੁੰਦਾ ਹੈ, ਜਿਹਨੂੰ ਵਾਰ ਹੈਡ ਜਿਹੜਾ ਲੈ ਕੇ ਜਾਂਦਾ, ਜਿਹੜਾ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਾ ਕੇ ਸੱਟਦਾ ਹੈ, ਜਾਂ ਉਹ ਸਾਡੇ ਕੋਲ ਨਹੀਂ ਸੀ ਟੈਕਨੋਲੋਜੀ। ਉਹ ਬੇਨਜ਼ੀਰ ਭੁੱਟੋ ਸਾਹਿਬਾ ਜਿਹੜੀ ਸੀ ਸ਼ੁਮਾਲੀ ਕੋਰੀਆ ਤੋਂ ਲੈ ਕੇ ਆਈਆਂ, ਇਹ ਕੰਮ ਪ੍ਰੋਜੈਕਟ ਸਾਡਾ ਮੁਕੰਮਲ ਹੋ ਗਿਆ। ਹੁਣ ਅਗਰ ਇਹ ਆਖਿਆ ਜਾਵੇ ਕਿ ਇਹਦੀ ਬੁਨਿਆਦ ਤੇ ਜ਼ੁਲਫਿਕਾਰ ਅਲੀ ਭੁੱਟੋ ਨੇ ਰੱਖੀ ਸੀ, ਤੇ ਅਗਰ ਉਹ ਆਉਣ ਵਾਲੇ ਸਾਰੇ ਕੰਮ ਇਸ ਦੇ ਵਿੱਚ ਸ਼ਾਮਿਲ ਨਾ ਹੁੰਦੇ ਤੇ ਕਿਆ ਉਹ ਐਟਮ ਬੰਬ ਬਣ ਸਕਦਾ ਸੀ? ਕਿਆ ਭੁੱਟੋ ਸਾਹਿਬ ਦਾ ਨਾਮ ਉਸ ਤੇ ਆ ਸਕਦਾ ਸੀ? ਇਸੇ ਤਰ੍ਹਾਂ ਮੈਂ ਇੱਕ ਹੋਰ ਤੁਹਾਨੂੰ ਮਿਸਾਲ ਦੇਣਾ ਕਿ ਰਾਏ ਤੈਮੂਰ ਸਾਹਿਬ ਨੇ ਬੜੇ ਅੱਛੇ ਕੰਮ ਕੀਤੇ ਨੇ ਆਪਣੇ ਜਿਹੜੀ ਉਹਨਾਂ ਦਾ ਜਿਹੜਾ ਸੀ ਟਾਈਮ ਸੀ, ਉਹ MPA ਮੁੰਤਖਬ ਹੋਏ, ਉਸ ਦੇ ਨਾਲ ਹੀ ਉਹਨਾਂ ਨੂੰ ਕੋਈ 4-5 ਵਜ਼ਾਰਤਾਂ ਵੀ ਮਿਲੀਆਂ ਪੰਜਾਬ ਦੇ ਵਿੱਚ। ਮੇਰੀ ਤਾਂ ਤਵੱਕੋ ਐ ਸੀ ਕਿ ਉਹ ਸਿਹਤ ਦੀ, ਜਿਵੇਂ ਉਹਨਾਂ ਦੇ ਕੋਲ ਵਜ਼ਾਰਤ ਹੈ, ਤੇ ਉਹ ਜਿਹੜਾ ਚਨਾਬ ਦਰਿਆ ਇਹਦੇ ਨਜ਼ਦੀਕ ਕੋਈ ਖੂਬਸੂਰਤ ਜਿਹਾ ਪੁਆਇੰਟ ਬਣਾ ਦੇਣਗੇ, ਕੋਈ ਝੀਲ ਜੀ ਬਣਵਾ ਦੇਣਗੇ ਕਿ ਬੱਚੇ ਜਿਹੜੇ ਨੇ ਉਹ ਕਲਰ ਕਾਰ ਦਾ ਟੋਆ ਦੇਖਣ ਦੀ ਬਜਾਏ ਇੱਥੇ ਆਵੇਂ ਦੁਨੀਆ ਤੋਂ ਵੇਖਣ। ਚਲੋ ਖੈਰ, ਉਹ ਉਹਨਾਂ ਦੇ ਇੱਕ ਆਪਣੇ ਆਈਡੀਆ ਸਨ, ਉਹਨਾਂ ਦੀ ਇੱਕ ਆਪਣੇ ਜਿਹੜੀ ਐਸੀ ਫੈਸਲੇ ਸਨ ਕਿ ਉਹਨਾਂ ਨੇ ਜਿਮ ਬਣਵਾਇਆ, ਉਹਨਾਂ ਨੇ ਮੋੜ ਮੰਡੀ ਤੋਂ ਸ਼ਾਹ ਜੀਵਨਾ ਸੜਕ ਦੀ ਤਾਮੀਰ ਵੀ ਹੋਈ, ਇਹ ਵੀ ਹਕੀਕਤ ਹੈ। ਉਹਨਾਂ ਨੇ ਤਹਿਸੀਲ ਬਣਾਉਣ ਵਾਸਤੇ ਵੀ ਪੇਪਰ ਵਰਕ ਦੀ ਕੋਸ਼ਿਸ਼ ਕੀਤੀ, ਨਹੀਂ ਹੋ ਸਕਿਆ। ਉਹਨਾਂ ਨੇ 1122 ਦੀ 4 ਦੀਵਾਰੀ ਸਿਰਫ ਬਣਵਾਈ, ਕੋਸ਼ਿਸ਼ ਐਸੀ ਪੂਰਾ ਦੀ ਨਹੀਂ ਹੋ ਸਕਿਆ ਉਹਦੇ ਕੋਲ। ਚਨਾਬ ਕਾਲਜ ਦਾ ਵੀ ਇਨੀਸ਼ੀਏਟਿਵ ਉਹਨਾਂ ਨੇ ਲਿਆ, ਉਹਨਾਂ ਨੇ ਇੱਕ ਬੁਨਿਆਦ ਰੱਖੀ ਹੈ, ਲੇਕਿਨ ਉਹ ਹੋਇਆ ਤਾਂ ਕੁਝ ਨਹੀਂ। ਹੁਣ ਅਗਰ ਕੱਲ ਨੂੰ ਕੋਈ ਬੰਦਾ ਆ ਕੇ ਉਹ ਚਨਾਬ ਕਾਲਜ ਵੀ ਬਣਵਾ ਦਿੰਦਾ ਹੈ, ਉਹ ਤਹਿਸੀਲ ਮਾਡਲ ਸਿਟੀ ਮੰਡੀ ਸ਼ਾਹ ਜੀਵਨਾ ਨੂੰ ਬਣਵਾ ਦਿੰਦਾ ਹੈ, ਤੇ ਫਿਰ ਵੀ ਤੁਸੀਂ ਇਹੀ ਆਖੋਗੇ ਇਹ ਤੇ ਰਾਏ ਤੈਮੂਰ ਹਯਾਤ ਸਾਹਿਬ ਦਾ ਮਨਸੂਬਾ ਸੀ। ਮਤਲਬ ਹੁਣ ਐਸਾ ਕਿਹੜਾ ਹੱਲ ਕੱਢੀਏ ਜਿਹਦੇ ਵਿੱਚ ਉਹ ਮਨਸੂਬਾ ਵੀ ਮੁਕੰਮਲ ਕਰਾਈਏ, ਰਾਏ ਸਾਹਿਬ ਨੂੰ ਇਲੈਕਸ਼ਨ ਵੀ ਜਿਤਵਾਈਏ, ਉਹਨਾਂ ਨੂੰ ਫਿਰ ਵਜ਼ਾਰਤ ਵੀ ਦਿਲਵਾਈਏ ਤੇ ਉਹ ਫੀਤਾ ਕੱਟਣ ਤੇ ਠੀਕ। ਅਗਰ ਕੋਈ ਸ਼ਖਸ ਇਸੇ ਤਰ੍ਹਾਂ ਇਫਤਖਾਰ ਖਾਨ ਬਲੋਚ ਦੇ ਤਰੱਕੀਆਤੀ ਕੰਮ ਮੇਰੇ ਖਿਆਲ ਰਾਏ ਤੈਮੂਰ ਹਯਾਤ ਤੋਂ ਬਹੁਤ ਜ਼ਿਆਦਾ ਨੇ। ਉਹਨੇ ਡਿਗਰੀ ਕਾਲਜਸ ਬਣਾਏ ਨੇ, ਖਾਨ ਸਾਹਿਬ ਨੇ ਜਿਹੜਾ ਸਟੇਡੀਅਮ ਬਣਾਇਆ, ਹੁਣ ਜਿਸ ਵਕਤ ਉਹ ਸਟੇਡੀਅਮ ਬਣ ਗਿਆ, ਬਲਕਿ ਉਹਨਾਂ ਨੇ 4 ਦੀਵਾਰੀ ਨਹੀਂ ਖਾਨ ਸਾਹਿਬ ਨੇ ਬਣਵਾਈ ਸੀ, ਸਟੇਡੀਅਮ ਮੁਕੰਮਲ ਕਰਵਾ ਲਿਆ ਸੀ, ਲੇਕਿਨ ਉਹਦੇ ਵਿੱਚ ਸ਼ਾਇਦ ਬਿਜਲੀ ਨਹੀਂ ਸੀ ਜਾਂ ਕੋਈ ਮਾਲੀ ਨਹੀਂ ਸੀ, ਤੇ ਰਾਏ ਸਾਹਿਬ ਨੇ ਉਹਨਾਂ ਨੂੰ ਉੱਥੇ ਬਿਜਲੀ ਦਾ ਇੰਤਜ਼ਾਮ ਕੀਤਾ ਜਾਂ ਮਾਲੀ ਦਾ ਇੰਤਜ਼ਾਮ ਕੀਤਾ, ਤੇ ਆ ਕੇ ਉੱਥੇ ਉਹਨਾਂ ਨੇ ਫੀਤਾ ਕੱਟ ਕੇ, ਮੈਨੂੰ ਨਹੀਂ ਪਤਾ ਉਹਨਾਂ ਦੀ ਪਲੇਟ ਲੱਗੀ ਹੋਈ ਹੈ ਜਾਂ ਨਹੀਂ ਲੱਗੀ ਹੋਈ, ਲੇਕਿਨ ਮੈਂ ਪੋਸਟਾਂ ਦੇਖੀਆਂ ਸਨ ਕਿ ਜੀ ਇਫਤਤਾਹ ਕੀਤਾ। ਹੁੰਦਾ ਹੀ ਇਸ ਤਰ੍ਹਾਂ ਚਲਾਇਆ ਦੁਨੀਆ ਦੇ ਉੱਤੇ, ਇੱਕ ਸ਼ਖਸ ਕੁਝ ਵੀ ਨਹੀਂ ਹੁੰਦਾ, ਇਹਦੇ ਨਾਲ ਨਾਲ ਚੀਜ਼ਾਂ ਮਿਲਦੀਆਂ। ਹੁਣ ਅਗਰ ਇਹ ਦੇਖੀਏ ਤੇ ਆਪਣੇ ਈਮਾਨ ਦੀ ਕਰਿਆ ਤੇ ਰਾਏ ਤੈਮੂਰ ਹਯਾਤ ਭੱਟੀ ਸਾਹਿਬ ਦਾ ਸੰਗੇ ਬੁਨਿਆਦ ਤਾਂ ਫਿਰ ਮਖਦੂਮ ਸਾਹਿਬ ਨੇ ਖੁਦ ਰੱਖਿਆ ਸੀ, ਕਿਉਂਕਿ ਪਹਿਲਾ ਇਲੈਕਸ਼ਨ ਜਿਹੜਾ ਸੀ ਮਖਦੂਮ ਸਾਹਿਬ ਦੇ ਪਲੇਟਫਾਰਮ ਤੋਂ ਰਾਏ ਸਾਹਿਬ ਲੜ ਰਹੇ ਸਨ, ਉਤੋਂ ਅਸ਼ੀਰਬਾਦ ਮਖਦੂਮ ਸਾਹਿਬ ਦੀ ਸੀ। ਹੁਣ ਇਹਦਾ ਕੀ ਮਤਲਬ ਹੋਇਆ ਕਿ ਆਉਣ ਵਾਲੇ ਉਹ ਜਿਤਨੇ ਇਲੈਕਸ਼ਨ ਵੀ ਆਪਣੀ ਜ਼ਾਤੀ ਕੈਪੈਸਿਟੀ ਚੋਂ ਜਿੱਤੇ, ਤੇ ਕੀ ਆਖਿਆ ਜਾਵੇ ਕਿ ਜੀ ਇਹ ਤਾਂ ਮਖਦੂਮ ਦੀ ਵਜ੍ਹਾ ਤੋਂ ਹੋ ਰਿਹਾ, ਤੇ ਫਿਰ ਅਗਰ ਇਹੀ ਕੁਲੀਆ ਰੱਖਣਾ ਹੈ ਤੇ ਫਿਰ ਉਹ ਇੱਧਰ ਵੀ ਲਾਗੂ ਹੁੰਦਾ ਹੈ। ਮੈਂ ਸਿਰਫ ਗੁਜ਼ਾਰਿਸ਼ ਇਹ ਕਰਨਾ ਚਾਹੁੰਦਾ ਕਿ ਸਾਨੂੰ ਇਹ ਨਹੀਂ ਵੇਖਣਾ, ਅਸੀਂ ਜਿਹੜੀ ਸਿਆਸਤ ਹੈ ਉਸ ਨੂੰ ਕੋਈ ਐਸਾ ਅਸੀਂ ਦੁਸ਼ਮਣੀ ਦਾ ਰੰਗ ਨਹੀਂ ਦੇਣਾ। ਮੈਂ ਇੱਕ ਹੋਰ ਮਿਸਾਲ ਦੇਣਾ ਕਿ ਇੱਥੇ ਬੜਾ ਇੱਕ ਆਮ ਜਿਹਾ ਆਦਮੀ ਹੈ, ਲੇਕਿਨ ਬੜਾ ਅੱਛਾ ਆਦਮੀ ਹੈ, ਲੋਕ ਉਸ ਨੂੰ ਪਿਆਰ ਕਰਦੇ ਨੇ, ਉਹਦਾ ਨਾਮ ਹੈ ਯਾਸੀਨ, ਕੈਪਟਨ ਯਾਸੀਨ ਮਸ਼ਹੂਰ ਹੈ, ਕਾਲਾ ਦਰਜ਼ੀ ਤੋਂ ਨਾਂ ਤੋਂ ਮਸ਼ਹੂਰ ਹੈ। ਉਹ ਬੰਦਾ ਮੇਰੇ ਕੋਲ ਲਾਹੌਰ ਆਇਆ ਤੇ ਮੈਨੂੰ ਕਹਿਣ ਲੱਗਾ ਜੀ ਕਿ ਸਾਂਦਲ ਐਕਸਪ੍ਰੈਸ ਇੱਥੇ ਚੱਲਦੀ ਸੀ, ਕਰੋਨਾ ਦੀ ਵਜ੍ਹਾ ਤੋਂ ਬੰਦ ਹੋ ਗਈ ਹੈ, ਤੇ ਇਹਦਾ ਕੋਈ ਹੱਲ ਹੋ ਸਕਦਾ ਹੈ। ਤੇ ਮੇਰੇ ਕੋਲ ਇੱਕੋ ਹੱਲ ਉਸ ਵਕਤ ਦਸਤਿਆਬ ਸੀ, ਤੇ ਮੈਂ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕਰ ਦਿੱਤੀ। ਜੋ ਹੀ ਪਾਕਿਸਤਾਨ ਰੇਲਵੇ ਨੂੰ ਹਾਈ ਕੋਰਟ ਤੋਂ ਨੋਟਿਸ ਜਾਰੀ ਹੋਏ
ਤੇ ਇੱਧਰ ਇੱਕ ਜਿਹੜੇ ਸੀ ਸਿਆਸੀ ਵਰਕਰ ਨੇ ਆਪਣੇ ਲੀਡਰ ਦੀ ਪੋਸਟਾਂ ਲਾ ਦਿੱਤੀਆਂ ਕਿ ਅਨਕਰੀਬ ਉਹ ਇਹ ਬਹਾਲ ਕਰਵਾ ਰਹੇ ਨੇ। ਅਗਰ ਹੁਣ ਮੈਂ ਵੀ ਇਹ ਸੋਚਦਾ ਕਿ ਯਾਰ ਬਹਾਲ ਦੀ ਕੋਸ਼ਿਸ਼ ਤਾਂ ਇਹ ਕਰ ਰਿਹਾ ਕਾਲਾ ਦਰਜੀ ਤੇ ਇਹ ਕੋਸ਼ਿਸ਼ ਕਰ ਰਿਹਾ ਮੈਂ, ਤੇ ਨਾ ਪਹਿਲੇ ਹੀ ਆ ਗਿਆ ਉਸ ਦਾ, ਤੇ ਇਹ ਚਲੋ ਛੋੜੋ, ਇਸ ਨੂੰ ਦਰਗੁਜ਼ਰ ਕਰੋ। ਮਖਦੂਮ ਸਾਹਿਬ ਵੀ ਅਗਰ ਛੋਟੀ ਸੋਚ ਰੱਖਦੇ ਤੇ ਉਹ ਕਿਉਂ ਚਾਹੁੰਦੇ ਕਿ ਜਿਹੜੇ ਮਨਸੂਬਿਆਂ ਦੇ ਉੱਤੇ ਉਹਨਾਂ ਦਾ ਪਹਿਲੇ ਨਾਮ ਆ ਚੁੱਕਿਆ ਰਾਏ ਤੈਮੂਰ ਦਾ, ਤੇ ਮਖਦੂਮ ਸਾਹਿਬ ਉਹਨਾਂ ਨੂੰ ਕਿਉਂ ਕੰਪਲੀਟ ਕਰਾਉਂਦੇ? ਉਹਦੀ ਜਗ੍ਹਾ ਤੇ ਕੋਈ ਆਲਟਰਨੇਟਿਵ ਹੋ ਜਾਂਦਾ, ਬਲਕਿ ਉਹ ਰੁਕਵਾ ਦਿੰਦੇ, ਕਿਉਂਕਿ 90s ਦੇ ਵਿੱਚ ਇਹੀ ਹੁੰਦਾ ਰਿਹਾ। ਇਹ ਤੇ ਫਿਰ ਮੇਰੀ ਨੌਜਵਾਨ ਨਸਲ ਦੇ ਵਾਸਤੇ ਫਿਰ ਇਹ ਪਾਰਟੀਆਂ ਸਾਰੀਆਂ ਇਕੱਠੀਆਂ ਹੋਈਆਂ ਨੇ ਲੰਡਨ ਦੇ ਵਿੱਚ, ਉਸ ਦੇ ਵਿੱਚ ਬੇਨਜ਼ੀਰ ਸਾਹਿਬਾ ਵੀ ਸੀ, ਖੁਦ ਨਵਾਜ਼ ਸ਼ਰੀਫ ਵੀ ਸਨ, ਸਾਰੀ ਪਾਰਟੀਆਂ ਇਕੱਠੀ ਹੋ ਕੇ ਇੱਕ ਫੈਸਲਾ ਹੋਇਆ ਕਿ ਇਹ ਜਿਹੜਾ ਰੀਸਟਰਕਚਰਿੰਗ ਹੈ ਨਾ, ਇੱਕ ਹੁਕੂਮਤ ਆਂਦੀ ਹੈ ਮਨਸੂਬਾ ਬੰਦਾ, ਦੂਸਰੀ ਆਂਦੀ ਉਹਨੂੰ ਤਬਾਹ ਕਰ ਦਿੰਦੀ, ਉਹ ਆਪਣਾ ਮਨਸੂਬਾ ਲੈ ਕੇ ਆ ਜਾਂਦੀ। ਇੰਜ ਨਹੀਂ ਕਰਨਾ। ਤਰੱਕੀ ਵਾਸਤੇ ਇੱਕ ਮਨਸੂਬਾ ਜਿਹੜਾ ਅਗਰ ਅੱਛਾ ਹੈ ਉਸ ਨੂੰ ਚਲਾਓ। ਔਰ ਇਸੇ ਤਰ੍ਹਾਂ ਪੁਲ ਦੀ ਜਿਹੜੀ ਬੁਨਿਆਦ ਹੈ ਚੁੰਡ ਦੀ, ਉਹ ਤਾਂ ਇੱਕ ਚੁੰਡ ਬਰਵਾਣੇ ਦਾ ਇੱਕ ਸਾਫੀ ਸੀ। ਮੈਂ ਸਮਝਾਂਗਾ ਕਿ ਖਿਆਲੀ ਸੰਗੇ ਬੁਨਿਆਦ ਤਾਂ ਉਹਨੇ ਰੱਖ ਦਿੱਤਾ ਸੀ ਉਸ ਚੀਜ਼ ਦਾ, ਲੇਕਿਨ ਉਹਦੇ ਵਸਾਇਲ, ਉਹਦੇ ਵਾਸਤੇ ਜਿਹੜਾ ਹੈਗਾ ਫੰਡਸ, ਉਹਦੇ ਵਾਸਤੇ ਉਗਲੀਆਂ ਮਨਜ਼ੂਰੀਆਂ, ਅਗਰ ਮਖਦੂਮ ਸਾਹਿਬ ਉਹ ਸਾਰੀ ਚੀਜ਼ ਨਾ ਕਰਦੇ ਤਾਂ ਮੁਮਕਿਨ ਹੀ ਨਹੀਂ ਸੀ। ਖਿਆਲਾਂ ਦੇ ਵਿੱਚ ਤਾਂ ਹੋ ਸਕਦਾ ਸੀ। ਇਸੇ ਤਰ੍ਹਾਂ ਕੱਲ ਨੂੰ ਅਗਰ ਮਖਦੂਮ ਸਾਹਿਬ ਇਹ ਸੋਚ ਲੈਣ ਕਿ ਯਾਰ ਮੈਂ ਕਿਉਂ ਤਹਿਸੀਲ ਬਣਵਾਵਾਂ ਮੰਡੀ ਸ਼ਾਹ ਜੀਵਨਾ ਨੂੰ ਜਾਂ ਸ਼ਾਹ ਜੀਵਨਾ ਨੂੰ, ਕਿਉਂਕਿ ਇਸ ਕੱਲ ਨੂੰ ਫਿਰ ਇਹ ਗੱਲ ਹੋਏਗੀ ਕਿ ਜੀ ਇਹ ਤਾਂ ਜੀ ਉਹਦਾ ਮਨਸੂਬਾ ਸੀ, ਫਲਾਣੇ ਦਾ ਮਨਸੂਬਾ ਸੀ। ਭਾਈ ਜਾਨ, ਮਨਸੂਬੇ ਕਿਸੇ ਦੀ ਮਲਕੀਅਤ ਨਹੀਂ ਹੁੰਦੇ, ਇਲਮ ਕਿਸੇ ਦਾ ਮਲਕੀਅਤ ਨਹੀਂ ਹੁੰਦਾ। ਇਹ ਮੈਨੂੰ ਤਾਂ ਇਹ ਹੈਰਾਨਗੀ ਹੁੰਦੀ ਕਿ ਇਹ ਖੁਦ ਮਖਦੂਮ ਫੈਸਲ ਸਾਲੇ ਅਯਾਜ਼ ਸਾਹਿਬ ਵੀ ਕੋਈ ਆਪਣੀ ਜੇਬ ਵਿੱਚ ਨਹੀਂ ਬਣਵਾ ਰਹੇ ਇਹ ਚੀਜ਼ਾਂ। ਇਹ ਤੁਹਾਡੇ ਹੀ ਪੈਸੇ ਨੇ, ਤੁਸੀਂ ਹੀ ਟੈਕਸ ਦੀ ਮੱਦ ਦੇ ਵਿੱਚ ਜਿਹੜਾ ਦਿੰਦੇ ਹੋ, ਉਹੀ ਤੁਹਾਡੇ ਪੈਸੇ ਉਹ ਲੈ ਕੇ ਉੱਥੋਂ ਤੁਹਾਡੇ ਉੱਤੇ ਲਾ ਦਿੰਦੇ ਨੇ, ਤੇ ਉਹਨਾਂ ਨੂੰ ਅਪਰੀਸ਼ੀਏਟ ਕਰੋ। ਚਾਹੇ ਉਹ ਇਫਤਿਖਾਰ ਖਾਨ ਬਲੋਚ ਹੋਏ, ਰਾਏ ਤੈਮੂਰ ਹਯਾਤ ਹੋਏ, ਗੁਲਾਮ ਅਹਿਮਦ ਖਾਨ ਗਾਡੀ ਸਾਹਿਬ ਹੋਣ ਜਾਂ ਮਖਦੂਮ ਸਾਹਿਬ ਹੋਣ, ਜਿਸ ਨੇ ਜਿਸ ਪਾਇਆ ਤਕਮੀਲ ਤੱਕ। ਹੁਣ ਮੈਨੂੰ ਦੱਸੋ, ਇੱਕ ਬੰਦਾ ਗੱਡੀ ਸਟਾਰਟ ਕਰਕੇ ਖੜੀ ਕਰ ਦਿੰਦਾ ਹੈ, ਦੂਸਰਾ ਉਸਨੂੰ ਡਰਾਈਵ ਕਰਕੇ ਤੇ 1000 ਕਿਲੋਮੀਟਰ ਜਾ ਖੁੰਜਰਾਬ ਜਾ ਕੇ ਬ੍ਰੇਕ ਲਾਉਂਦਾ ਹੈ, ਤਾਂ ਕੀ ਆਖਿਆ ਜਾਏਗਾ ਜੀ ਗੱਡੀ ਤਾਂ ਉਹਨੇ ਸਟਾਰਟ ਕੀਤੀ ਹੋਈ ਹੈ, ਉਹ ਕੰਮ ਤਾਂ ਸਾਰਾ ਉਹਦਾ ਹੈ। ਉਹ ਜਿਹੜਾ ਬੰਦਾ ਜਿਹੜਾ 1000 ਕਿਲੋਮੀਟਰ ਚਲਾ ਕੇ ਖੁੰਜਰਾਬ ਲੈ ਗਿਆ, ਉਹਦਾ ਕਿੱਥੇ ਗਿਆ ਕਿਰਦਾਰ ਜੀ? ਅਗਰ ਤੁਹਾਡੇ ਇਹੀ ਕੁਲੀਆ ਲਾਗੂ ਕਰ ਲਿਆ ਜਾਏ ਕਿ ਜੀ ਬੁਨਿਆਦ ਉਹਨੇ ਰੱਖੇ, ਸੰਗੇ ਬੁਨਿਆਦ। ਮੇਰਾ ਇੱਕ ਦੋਸਤ ਹੈ ਜਲਾਲੁਦੀਨ ਅਕਬਰ, ਸੁਪਰੀਮ ਕੋਰਟ ਦਾ ਉਹ ਵਕੀਲ ਹੈ। ਵਾਲਦੈਨ ਦੀ ਵਿਰਾਸਤ ਤੋਂ ਇੱਕ ਕਨਾਲ ਦਾ ਇਸਲਾਮਾਬਾਦ ਤੋਂ ਪਲਾਟ, ਇਸਲਾਮਾਬਾਦ 'ਚ ਉਹਦਾ ਪਲਾਟ ਹੈ। ਅੱਜ 10 ਸਾਲ ਤੋਂ ਉਹਨੇ ਉਹਦੀ ਚਾਰ ਦੀਵਾਰੀ ਛੋਟੀ ਛੋਟੀ ਕੋ 6-6 ਫੁੱਟ ਦੀ ਬਣਾ ਕੇ ਛੱਡੀ ਹੋਈ, ਘਰ ਨਹੀਂ ਬਣਾ ਸਕਿਆ ਕਿਉਂਕਿ ਵਸਾਇਲ ਨਹੀਂ ਸਨ। ਜ਼ਮੀਨ ਤਾਂ ਮਿਲ ਗਈ, ਘਰ ਨਹੀਂ ਬਣਾ ਸਕਿਆ। ਹੁਣ ਉਸ ਦੀ ਕੋਈ ਨਸਲ, ਕੋਈ ਔਲਾਦ ਅੱਗੋਂ ਆ ਕੇ ਉਸ ਨੂੰ ਤਾਮੀਰ ਕਰ ਦਿੰਦੀ ਹੈ ਘਰ ਨੂੰ, ਤੇ ਕੀ ਆਖਿਆ ਜਾਏਗਾ ਜੀ ਕਿ ਇਹ ਬੁਨਿਆਦ ਤਾਂ ਉਹਨੇ ਰੱਖੀ ਸੀ। ਉਹ ਬਾਅਦ ਵਾਲੇ ਦਾ ਕਿਰਦਾਰ ਕਿੱਥੇ ਗਿਆ? ਡਾਕਟਰ ਅਲਾਮਾ ਇਕਬਾਲ ਇੱਕ ਬਹੁਤ ਬੜੇ ਸ਼ਖਸ ਸਨ, ਫਿਲਾਸਫਰ ਸਨ, ਪਾਕਿਸਤਾਨ ਦਾ ਖਾਬ ਦੇਖਿਆ ਸੀ, ਲੇਕਿਨ ਉਹ ਆਪਣੀ ਜਗ੍ਹਾ ਅਗਰ ਉਹਨਾਂ ਦਾ ਬੇਟਾ ਜਸਟਿਸ ਜਾਵੇਦ ਇਕਬਾਲ ਦੀ ਮਿਹਨਤ ਨੂੰ ਕਿੱਥੇ ਸੱਟੋਗੇ ਕਿ ਉਹ ਆਪਣੀ ਜਿਹੜਾ ਉਹਨੇ 4 ਕਿਤਾਬਾਂ ਲਿਖੀਆਂ, ਆਪਣੇ ਕਾਨੂੰਨ ਦੀ ਡਿਗਰੀ ਲਈ, ਆਪਣੇ ਆਪ ਨੂੰ ਜੱਜ ਦੇ ਅਹੁਦੇ ਤੱਕ ਪਹੁੰਚਿਆ, ਉਹਦੀ ਬੇਗਮ ਨਾਸਰਾ ਜਾਵੇਦ ਵੀ ਜੱਜ ਬਣੀ। ਤੇ ਲਿਹਾਜ਼ਾ ਇੰਜ ਨਹੀਂ ਹੋਣਾ ਚਾਹੀਦਾ ਕਿ ਜੀ ਕਿਸੇ ਦੇ ਵੀ ਕੰਮ ਨੂੰ ਇੰਜ ਕਰਕੇ ਉਡਾ ਦਿਓ ਕਿ ਜੀ ਇਹ ਤਾਂ ਜੀ ਫਲਾਣਾ ਦਾ ਸੀ ਤੇ ਮਖਦੂਮ ਸਾਹਿਬ ਨੇ ਜੀ ਉੱਥੇ ਨਹੀਂ ਜਾਣਾ ਚਾਹੀਦੀ। ਤੇ ਫਿਰ ਕੀ ਕਿ ਰਾਏ ਸਾਹਿਬ ਨੂੰ ਫਿਰ ਜਿਤਵਾਉਂਦੇ, ਅਗਲੇ ਇੰਤਜ਼ਾਰ ਕਰਦੇ। ਮਤਲਬ ਤੁਸੀਂ ਇਹ ਚਾਹ ਰਹੇ ਸਨ ਜਿਹੜੇ ਸਪੋਰਟਰ ਸਨ ਕਿ ਮਖਦੂਮ ਸਾਹਿਬ ਇਹ ਮਨਸੂਬਾ ਮੁਕੰਮਲ ਕਰਵਾ ਦੇਣ, ਗੱਡੀਆਂ 3 ਆ ਜਾਣ, 30 ਬੰਦਿਆਂ ਦਾ ਸਟਾਫ ਆ ਜਾਏ, 1.5 ਲੱਖ ਬੰਦਿਆਂ ਨੂੰ ਇਹ ਸਹੂਲਤ ਮਿਲ ਜਾਏ ਕਿ 7 ਮਿੰਟ ਦੇ ਨੋਟਿਸ ਤੇ ਗੱਡੀ ਜਾਂ ਮੋਟਰਸਾਈਕਲ ਉਹਨਾਂ ਦੇ ਘਰ ਪਹੁੰਚ ਜਾਵੇ, ਉਹਨਾਂ ਦੀ ਜਾਨ ਬਚ ਜਾਵੇ। ਮਤਲਬ ਮੇਰੇ ਨਾਲ ਵੀ ਖੁਦਾ ਨਾ ਖਾਸਤਾ ਅਗਰ ਕੋਈ ਕੰਮ ਹੁੰਦਾ, ਮੇਰੇ ਨਜ਼ਦੀਕ ਕੋਈ ਨਹੀਂ ਹੈ, ਮੇਰੇ ਸਿਹਤ ਦਾ ਕੋਈ ਮਸਲਾ ਬੰਦਾ, ਤਾਂ ਮੈਂ ਖੁਦ ਵੀ 1122 ਤੇ ਕਾਲ ਕਰ ਸਕਣਾ। ਬਹੁਤ ਬੜੀ ਸਹੂਲਤ ਹੈ। ਇਸੇ ਤਰ੍ਹਾਂ ਅਸੀਂ ਇਲੈਕਸ਼ਨ ਦੇ ਵਿੱਚ ਮਖਦੂਮ ਸਾਹਿਬ ਨਾਲ, ਮੈਂ ਤੁਹਾਨੂੰ ਥੋੜਾ ਜਿਹਾ ਆਪਣਾ ਇਹ ਸਿਰਫ ਇਹ ਦੱਸ ਦੇਵਾਂ ਕਿ ਜਿਸ ਟਾਈਮ ਇਹ ਪਹਿਲੇ ਇਲੈਕਸ਼ਨ 2018 ਤੋਂ ਜਿਸ ਵਕਤ ਹੋਏ ਸਨ, ਅਲੀ ਅਕਬਰ ਸਾਹਿਬ ਇਲੈਕਸ਼ਨ ਲੜ ਰਹੇ ਸਨ, ਤੈਮੂਰ ਸਾਹਿਬ ਵੀ ਲੜ ਰਹੇ ਸਨ, ਤੇ ਮੈਂ ਇੱਕ ਗਰਾਊਂਡ ਦੇ ਉੱਤੇ ਅਲੀ ਅਕਬਰ ਸ਼ਾਹ ਸਾਹਿਬ ਨੂੰ ਆਖਿਆ ਸੀ ਕਿ ਜਨਾਬ ਅਸੀਂ ਤੁਹਾਡੀ ਸਪੋਰਟ ਕਰਾਂਗੇ, ਤੁਸੀਂ ਹਸਪਤਾਲ ਵਾਸਤੇ 2 ਕਿੱਲੇ ਜਗ੍ਹਾ, ਇਹ ਜਿਹੜੀ ਹੁਣ ਇਹ ਮੋੜ ਮੰਡੀ ਵਾਲਾ ਰਕਬਾ ਉਹਨਾਂ ਨੇ ਸੇਲ ਕੀਤਾ, ਤੁਸੀਂ ਸਾਨੂੰ ਇਹਦੇ ਵਿੱਚੋਂ ਦੇਣੀ ਹੈ। ਤੇ ਮਖਦੂਮ ਸਾਹਿਬ ਨੂੰ ਮੈਂ ਆਖਿਆ ਜੀ ਅਸੀਂ ਤੁਹਾਡੀ ਬਿਲਕੁਲ ਸਪੋਰਟ ਕਰਾਂਗੇ, ਵੋਟ ਕਰਾਂਗੇ, ਤੁਸੀਂ ਸਾਨੂੰ 100 ਬੈੱਡ ਦਾ ਇੱਥੇ ਹਸਪਤਾਲ ਸ਼ਾਹ ਜੀਵਨਾ ਦਾ ਕਰੋੜੀਆ ਮੈਮੋਰੀਅਲ ਦੇ ਨਾਂ ਤੇ ਬਣਵਾ ਦੇਣਾ। ਬੇਸ਼ੱਕ ਨਾ ਇੰਜੇ ਸਮਝਿਆ ਜੇ ਮੈਂ ਮਜ਼ਾਕ 'ਚ ਆਖਿਆ ਸੀ ਕਿ 1 ਸਾਲ ਮੇਲਾ ਹੀ ਨਹੀਂ ਲੱਗਾ, ਕਰੋਨਾ ਆ ਗਿਆ ਸੀ। ਉਹ ਉਹਨਾਂ ਨੇ ਵਾਅਦਾ ਕੀਤਾ, ਉਹ ਦੋਨੋਂ ਇਲੈਕਸ਼ਨ ਹਾਰ ਗਏ। ਮੈਂ ਕਿਸੇ ਦੇ ਅੱਗੇ ਨਹੀਂ ਜਾ ਕੇ ਫਰਿਆਦ ਕਰ ਸਕਿਆ ਕਿ ਮੇਰਾ ਹੁਣ ਜਿਸ ਟਾਈਮ ਦੁਬਾਰਾ ਇਹ ਇਲੈਕਸ਼ਨ ਆਇਆ, ਮਖਦੂਮ ਸਾਹਿਬ ਨੇ ਲੜਿਆ, ਇਲੈਕਸ਼ਨ ਲੜਿਆ, ਰਾਏ ਤੈਮੂਰ ਨੇ ਵੀ ਲੜਿਆ, ਤੇ ਇਸ ਦੌਰਾਨ 5 ਵਾਅਦੇ ਹੋਏ ਸਨ ਕਿ ਨੰਬਰ 1 ਕਿ ਤੁਸੀਂ ਸਾਨੂੰ 1122 ਦਿਓਗੇ ਆਪਰੇਸ਼ਨਲ ਕਰਵਾ ਕੇ, ਤੁਸੀਂ ਸਾਨੂੰ ਬੱਚਿਆਂ ਦੀ ਤਾਲੀਮ ਵਾਸਤੇ ਚਨਾਬ ਕਾਲਜ ਦੇ ਫੰਡ ਜਿਹੜੇ ਨੇ
वो करवाओगे और एक टॉप का इतने कॉलेज बनवाओगे और एक हस्पताल बनवाओगे और मंडी शाह जीवना के जो अंदरून है वो टफ टाइल तुसीं सानू लगवा के दोगे। ये हुण अगर इस ते मैनू ना निकाल की अगले दिन मखदूम साहब ने कि भाई 1122 का इफ्तिताह ते तू उत्थे आ, तो मैं गया तो उन्होंने मेरे कान च यही सरगोशी की, तुसीं वीडियो च वेख रहे होगे कि काम शुरुआत हो गए ने, बाकी भी तुहाडे काम सारे मुकम्मल होणगे। तो भाईजान इस ते क्लैप करना चाहिए है, इस ते तालियां अगर कोई भी शख्स करता है ओदी दौर दे विच कोई मनसूबा भी मुकम्मल होंदा ओहदा होंदा। मैनू दसो भाई किस बंदे नू नहीं पता कि लाहौर दी जिहड़ी मैट्रो या ऑरेंज ट्रेन है वो शहबाज शरीफ ने बनवाई सी, मुकम्मल करवा दी सी, लेकिन इफ्तिताह करन तो पहले हुकूमत खत्म करके तो उत्ते उस्मान बुज़दार की प्लेट लगी, हालांकि उस एक इट भी नहीं लाई ना। मखदूम साहब तो सारा मनसूबा मुकम्मल करवा के अगे रखे, क्योंकि राय साहब ने तो सिर्फ छोटी जी 4 दीवारी होके जगह हो गई सी। इस तरह तहसील का मामला है, तहसील का उन्होंने ये बड़ा शोशा है जी, मंडी शाहजीवना बन गई, गुजरात डिवीजन बन गया, मरी ज़िला बन गया, वो मंडी शाहजीवना भी वो मरी कायम है हाली तक, गुजरात डिवीजन कायम है, लेकिन मंडी शाहजीवना की जी फाइल है वो किधर गुम। हुण जिहड़ा बंदा उस फाइल को कढ़ के ले आंदा है, अपना रुतबा, अपना मुकाम, अपने ताल्लुकात, अपने वसाइल, अपना टाइम ला के इस नूं तहसील सिटी का दर्जा दिलवांदा है, तो फिर भी तुसीं यही आखोगे बाद अजा कि ये तो जी फलाने XYZ का मनसूबा सी। साढ़े वास्ते सारे ही मोहतरम ने। मैं तो तुहानूं एडवाइस करांगा, ये नसीहत करांगा कि तुसीं तेरा मेरा छड्डो, जेड़ा कोई काम कर रहा ਉਹਦੇ ਅੱਗੇ मुतालबा रखो कि भाईजान असीं तुहानूं सपोर्ट करांगे, तुसीं साडे शहर वास्ते, साडे महल्ले वास्ते, साडे पिंड वास्ते, साडे गांव वास्ते ये काम करो। एक बारी झूठ बोलेगा ना, अगले 4 साल 5 साल तो बाद फिर की होएगा। अगर यह तरीकाकार बन जाता तो ये अज कित्थे सईदा आबदा हुसैन ने इत्थे 7 मरला स्कीम दी सी, पुराने बुजुर्गों को याद होना है ये सारा। आज वो कई नस्लों के अगे ट्रांसफर हो गई, आबदा हुसैन का नाम खत्म हो गया, उस बंदे का रह गया जो उत्थे रह रहा। सीवरेज सिस्टम सैयदा आबदा हुसैन ने मंडी शाह जीवना दे विच बिछाया सी, गायब हो गया। वक्त हर चीज़ नूं खा जाता है, वक्त याद रखता है हाल नूं, मौजूदा नूं, माजी नूं कोई नहीं याद रखता, माजी तो किताबां दे विच पाया जाता है। साहिबे हाल होना सीखो, जेड़ा भी हाल च बैठा है। मखदूम साहब तो एक रूहानी शख्सियत के हवाले नाल भी बहुत बड़े ने, वो तुहाडे इलाके की पहचान है। मैनू एक गल दसो, महबूब सुल्तान ते इहदा हुण जे बंदियां वोट दिता कि महबूब सुल्तान ते सरदार गुलाम अहमद खान गाडी साहब नूं वोट दिओ, ए जित के ते इमरान खान नूं रिहा करा लैणगे, वो दरअसल इमरान खान की मुहब्बत सी। कि होया जी, किसी मुलाकात ही की जाके इमरान खान की उत्ते जी, होनी भी नहीं हैगी। ਇਹ ਜਿਹੜੇ ਗੁਬਾਰੇ ਨਾ ਇਹ ਨਾਰਿਆਂ ਦੇ ਤੇ ਬਿਆਨੀਆਂ ਦੇ ਗੁਬਾਰਿਆਂ ਦੇ ਵਿੱਚ ਉਲਝ ਕੇ ਤੇ ਤੁਸੀਂ ਆਪਣਾ ਵੋਟ ਵੀ ਜ਼ਾਇਆ ਕਰ ਦਿਓ। ਵੋਟ ਨੂੰ ਤਾਂ ਗੋਲੀ ਮਾਰੋ ਤੁਸੀਂ ਆਪਣੀ ਅਗਲੀ ਨਸਲ। ਅਗਰ ਮਖਦੂਮ ਫੈਸਲ ਸਾਲੇ ਅਯਾਜ਼ ਸਾਹਿਬ ਜਿੱਤ ਜਾਂਦੇ, ਜਿਵੇਂ ਨੂਨ ਲੀਗ 14 20 ਅਰਬ ਰੁਪਏ ਦਾ ਇੱਕ ਪ੍ਰੋਜੈਕਟ ਹਰ ਜ਼ਿਲ੍ਹੇ 'ਚ, ਤੁਸੀਂ ਪੂਰੇ ਪੰਜਾਬ ਦੇ ਵਿੱਚ ਫਿਰੋ। ਮੈਂ ਕੋਈ ਨੂਨ ਲੀਗ ਦਾ ਸਪੋਰਟਰ नहीं, ਤੁਸੀਂ पूरे पंजाब दे विच जाओ, मैं ट्रैवल करता रहना, हर जगह ते सड़कां तामीर हो रही ने, हर जगह ते सफाई वाले आ रहे ने, बहुत सारे नवे मनसूबे आ रहे हैं। तो अगर साडा भी नून लीग का इत्थे कोई MNA होंदा, चाहे वो तैमूर हयात भट्टी होंदा, कितने कम साडे होने सन, लेकिन असी ये नहीं सोचा, असी हवावां दा रुख वेख्या ही नहीं। असी जज्बाती जे बंदे हाँ, असी आने कि नहीं जी असां इमरान खान का साथ नहीं छोड़ना। तो भाईजान रो, ਉਹਦੇ ਨਾਲ रो, ਉਹਦੇ ਨਾਲ ਸਾਡਾ भी बेड़ा गर्क करो कि कोई मंडी शाह जीवन। दूसरा एक साहब ने किया होया जी कमेंट मखदूम साहब की वीडियो से कि इन्होंने नजायज़ तजावज़ात ख़त्म कराए। अल्फाज सुनो कि मखदूम साहब ने नजायज़ तजावज़ात, पहले ही गल नजायज़ आ गई कि एक बंदे ने नजायज़ कब्जा किया होया, ਉਹਦੇ ਕੋਲ मखदूम साहब मंडी शाह जीवना तो मखदूम साहब होया सी। वो बंदा जो कमेंट कर रहा, वो खुद भी लाहौर जाता है, उत्थे जाके जो वेखो जो इचरा बाजार खुलिया, जो अनारकली खुली, जो फिरोजपुर रोड सारा खुल गया, झंग जो खुल गया, पूरे पंजाब के जोड़े तजावज़ात के खिलाफ ऑपरेशन होया, वो सारे मखदूम साहब करा रहे हैं उत्थे बह के, या सिर्फ मंडी शाह जो उन्होंने फोकस रखे होया। ये छोड़ दिता करो गल्ला इस चीज़ को कि मखदूम साहब का एक कद और काठ नहीं है। जिस टाइम तुहानूं उस शख्स का कद और काट समझ आएगा तो हो सकता है वो दुनिया ते पर्दा फरमा जान। तो थोड़ा जा इस चीज़ नूं बाद पिटन की बजाय जिंदगी कदर करना सीखो। मैं मखदूम साहब का बेहद शुक्रगुजार हाँ, उन्होंने मेरे नाल जिहड़े वादे किए सन एक पूरा हो गया, तो 4 मैं उन्होंने कोल रिक्वेस्ट भी करांगा, उन्होंने सपोर्ट भी करांगा, उन्होंने वोट भी देंगा
ਕਿ ਮੇਰੇ ਸ਼ਹਿਰ ਦੇ ਤਾਲੀਮ ਬਹੁਤ ਬੜਾ ਮਸਲਾ ਹੈ। ਲੋਕ ਆਪਣੇ ਬੱਚਿਆਂ ਨੂੰ ਬੜੇ ਸ਼ਹਿਰਾਂ 'ਚ ਜਾਂਦੇ ਨੇ ਸਿਰਫ ਸਿਹਤ ਔਰ ਤਾਲੀਮ ਵਾਸਤੇ, ਹੋਰ ਕੁਝ ਵੀ ਨਹੀਂ ਪਿਆ ਲਾਹੌਰ ਦੇ ਵਿੱਚ ਜਾਂ ਫੈਸਲਾਬਾਦ ਵਿੱਚ ਜਾਂ ਸਰਗੋਦਾ ਜੰਗ ਵਿੱਚ, ਇਸੇ ਵਾਸਤੇ ਜਾਂਦੇ ਯਾਰ ਤਾਲੀਮ ਅੱਛੀ ਹੋਏਗੀ। ਅੱਜ ਇੱਥੇ ਚਨਾਬ ਕਾਲਜ ਬਣ ਜਾਵੇ, ਅੱਜ ਇੱਥੇ VIP ਹਸਪੀਟਲ ਬਣ ਜਾਵੇ, ਜਿਹੜੇ ਤੂੰ ਗਏ ਹੋਏ ਵੀ ਹੈ ਨਾ ਦੂਸਰੇ ਸ਼ਹਿਰਾਂ 'ਚ, ਫੈਸਲਾਬਾਦ ਇਹ ਉਹ ਕਿਰਾਏ ਤੇ ਰਹਿੰਦੇ ਨੇ, ਆਪਣੀ ਕੋਠੀਆਂ ਪਾਈਨ, ਸਾਰੇ ਵਾਪਸ ਆ ਜਾਣਗੇ। ਕਿਤਨੀ ਤਰੱਕੀ ਹੋਏਗੀ। ਮੈਂ ਮਖਦੂਮ ਸਾਹਿਬ ਨਾ ਇਹਨਾਂ ਚੀਜ਼ਾਂ ਤੋਂ ਉਹ ਦਿਲ ਛੋਟਾ ਕਰਦੇ, ਨਾ ਮੇਰੇ ਖਿਆਲ ਉਹ ਸੁਣਦੇ ਨੇ। ਮੈਂ ਉਹ ਕਮੈਂਟਸ ਵੇਖ ਕੇ ਮੈਨੂੰ ਇਹ ਚੀਜ਼ ਆਈ ਕਿ ਮੇਰੇ ਭਰਾਓ, ਹਰਨ ਤੋਂ ਬਾਵਜੂਦ ਵੀ ਅਗਰ ਇੱਕ ਬੰਦਾ ਕੰਮ ਕਰ ਰਿਹਾ ਨਾ ਤਾਂ ਉਹਨੂੰ ਸਲੂਟ ਕਰੋ, ਤਨਕੀਦ ਨਹੀਂ।